ਤਿਆਰ ਕੀਤੇ ਨੇ ਜਾਂ ਜਿਨ੍ਹਾਂ ਨੇ ਸਮਝ ਲਓ ਕਿ ਕੋਈ ਹੁਣ ਜਿਸ ਦਾ ਪਿਤਾ ਨਹੀਂ ਜਾਂ ਜਿਨ੍ਹਾਂ ਦੇ ਮਾਂ ਪਿਓ ਦੋਨੋਂ ਹੁਣ ਨਹੀਂ ਕੰਮ ਕਰ ਰਹੇ, ਸਿਰਫ ਇਹਨਾਂ ਦੇ ਉੱਤੇ ਉਹਨਾਂ ਦਾ ਟਿਕਾ ਸੀ, ਜਾਂ ਜਿਨ੍ਹਾਂ ਦੀਆਂ ਵਾਈਫਸ ਜਾਂ ਨਹੀਂ ਕੰਮ ਕਰ ਰਹੀਆਂ, ਹਾਊਸ ਵਾਈਫਸ ਨੇ, ਛੋਟੇ ਬੱਚੇ ਨੇ। ਤੁਸੀਂ ਸਮਝ ਰਹੇ ਹੋ ਕਿ ਉਸ ਮਾਂ ਦੀ ਗੋਦ ਜਦੋਂ ਇਸ ਮੌਕੇ ਚਲੀ ਜਾਵੇ ਤੇ ਜੋ ਫਿਰ ਇਹ ਨਿਖੇਧੀ ਮਿਲ ਰਹੀ ਹੋਵੇ ਕਿ ਇਹ ਮਾਰ ਦਿੱਤਾ ਸਾਨੂੰ। ਸੱਚ ਜਾਣਿਓ, ਇਹ ਬੱਚੇ ਬਹੁਤ ਇਸ ਵੇਲੇ ਡਿਪਰੈਸ਼ਨ 'ਚ ਜਾ ਚੁੱਕੇ ਨੇ। ਕਰੋੜ ਦੇ ਕਰੀਬ ਤਾਂ ਉੱਥੇ ਹੀ ਖਰਚਾ ਕਰ ਰਹੇ ਨੇ ਆਪਣੀ ਬਿਮਾਰੀ ਤੇ ਹੀ, ਜਿਹੜਾ ਰੀਇੰਬਰਸਮੈਂਟ ਨਹੀਂ ਹੋਈ, ਕੁਝ ਵੀ ਹਾਸਲ ਨਹੀਂ ਹੋਇਆ। ਮੈਂ ਪੁੱਛ ਰਹੀ ਹਾਂ, ਉਹਨਾਂ ਮਾਵਾਂ ਦੀ ਆਵਾਜ਼ ਬਣ ਕੇ ਅੱਗੇ ਆਈਆਂ ਜਿਨ੍ਹਾਂ ਦੇ ਪੁੱਤਰ ਧੀਆਂ ਚਲੇ ਗਏ ਨੇ। ਸੋ ਜੇ ਅਸੀਂ ਪੰਜਾਬ ਵਿੱਚ ਸਾਰੇ ਇੱਕ ਫ੍ਰੀ ਐਂਬੂਲੈਂਸ ਹਰ ਪਿੰਡ ਦੇ ਵਿੱਚ ਵੀ ਦੇ ਦਈਏ ਤਾਂ ਉਹਦੇ ਨਾਲ, ਜਾਂ ਕਹਿ ਲਓ 2 ਪਿੰਡ ਮਿਲਾ ਕੇ ਵੀ ਹੋਵੇ, ਤਾਂ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੋਏਗੀ ਵਰਲਡ ਕਲਾਸ ਜੇ ਬਣਾਉਣੀ ਹੋਏ। ਸਾਡੇ ਇਸ ਵੇਲੇ ਆਨਲਾਈਨ ਤੁਹਾਨੂੰ ਪਤਾ ਸਾਰੇ ਕੰਮ ਹੋ ਰਹੇ ਨੇ। ਸੋ ਸਾਡੇ ਸਕੱਤਰ ਸਾਹਿਬਾਨ ਜਿਹੜੇ ਜਾਂ ਹਾਈ ਅਫੀਸ਼ੀਅਲਸ ਜਿਨ੍ਹਾਂ ਨੂੰ ਕਹਿ ਸਕਦੇ ਹੋ, ਜਿਨ੍ਹਾਂ ਦੇ ਕੋਲ ਇਸ ਵੇਲੇ ਕੋਈ ਕਾਰਾਂ ਦਾ ਉਹਨਾਂ ਦਾ ਖਰਚਾ, ਉਹਨਾਂ ਦੇ ਡਰਾਈਵਰ ਦਾ, ਪੈਟਰੋਲ ਦਾ ਖਰਚਾ ਇੰਨਾ ਹੀ ਮਨਫੀ ਹੋ ਜਾਏ ਤਾਂ ਤੁਸੀਂ ਸਮਝ ਸਕਦੇ ਹੋ ਕਰੋੜਾਂ ਦਾ ਬਜਟ ਸਾਡਾ ਜੋ ਅੱਗੇ ਹੀ ਪੰਜਾਬ ਦਾ ਥੱਲੇ ਜਾ ਰਿਹਾ, ਉਹਦੇ ਵਿੱਚੋਂ ਇਹ ਮੁਫਤੋਂ ਮੁਫਤ ਬਾਹਰ ਨਿਕਲ ਸਕਦਾ ਹੈ। ਸੱਚ ਜਾਣਿਓ, ਹੋਰ ਕੋਈ ਮੁਸ਼ਕਿਲ ਉਸ ਵੇਲੇ ਮੈਂ ਆਪ ਨਹੀਂ ਕਿ ਮੈਂ ਆਪਣੀ ਗੱਲ ਕਰ ਰਹੀ ਹਾਂ, ਜਿੰਨੇ ਵੀ ਹੋਰ ਇੱਥੇ ਬੈਠੇ ਨੇ ਡਾਕਟਰ ਜਿਨ੍ਹਾਂ ਦੇ ਮਨਾਂ 'ਚ ਲੋਕਾਂ ਲਈ ਪੀੜ ਹੈ, ਮੈਂ ਆਪ ਕਈ ਡਾਕਟਰਾਂ ਨੂੰ ਰੋਂਦੇ ਉਸ ਸਮੇਂ ਵੇਖਿਆ। ਆਪ ਵੀ ਮੇਰੇ ਵੀ ਕਈ ਵਾਰ ਹੰਝੂ ਭਰ ਜਾਂਦੇ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਅੱਗੇ ਚੱਲਿਆ, ਅਸੀਂ ਕੁਝ ਵੀ ਨਹੀਂ ਕਰ ਸਕ ਰਹੇ ਉਹਨੂੰ ਬਚਾਉਣ ਲਈ। ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ ਤੁਹਾਡੇ ਨਾਲ ਮੌਜੂਦ ਹਾਂ ਇਸ ਵਕਤ ਗੱਲ ਕਰਨ ਲਈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਫਰੰਟ ਲਾਈਨ ਵਾਰੀਅਰਸ ਕਿਹਾ ਜਾ ਰਿਹਾ, ਮਤਲਬ ਕਿ ਡਾਕਟਰ, ਸਫਾਈ ਕਰਮੀ, ਪੁਲਿਸ ਕਰਮੀ, ਪੱਤਰਕਾਰਾਂ ਨੂੰ ਵੀ ਫਰੰਟ ਲਾਈਨ ਵਾਰੀਅਰਸ ਕਿਹਾ ਜਾ ਰਿਹਾ। ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਡਾਕਟਰਸ ਦੀ, ਜੋ ਕਿ ਦਿਨ ਰਾਤ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਵਿੱਚ ਲੱਗੇ ਹੋਏ ਹੈ। ਨਾ ਦਿਨ ਦੇਖ ਰਹੇ ਹਨ, ਨਾ ਰਾਤ ਦੇਖ ਰਹੇ ਹਨ, ਬਲਕਿ ਆਪਣੀਆਂ ਜਾਨਾਂ ਵੀ ਗਵਾ ਰਹੇ ਹਨ। ਸੋ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਵਿੱਚ ਆਇਆ, ਜਿੱਥੇ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਡਾਕਟਰ ਦੀ ਜਾਨ ਚਲੀ ਗਈ। ਕਰੋਨਾ ਦੇ ਵਿੱਚ ਸੀ, ਕਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸੀ, ਉਹਨਾਂ ਦਾ ਇਲਾਜ ਕਰ ਰਹੇ ਸੀ। ਸੋ ਉਹਨਾਂ ਦਾ ਦਰਦ ਸਮਝਦੇ ਹੋਏ ਰਜਿੰਦਰਾ ਹਸਪਤਾਲ ਤੋਂ ਹੀ ਸੀਨੀਅਰ ਡਾਕਟਰ ਸਾਡੇ ਨਾਲ ਮੌਜੂਦ ਨੇ, ਡਾਕਟਰ ਹਰਸ਼ਿੰਦਰ ਕੌਰ ਜੀ, ਜੋ ਹਮੇਸ਼ਾ ਸਮਾਜ ਦੇ ਲਈ, ਆਪਣੇ ਡਾਕਟਰ ਭਾਈਚਾਰੇ ਦੇ ਲਈ ਗੱਲ ਕਰਦੇ ਆ। ਉਹਨਾਂ ਦੇ ਨਾਲ ਗੱਲ ਕਰਾਂਗਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਲੈਟਰ ਲਿਖਿਆ। ਉਸ ਲੈਟਰ ਦੇ ਵਿੱਚ ਕੀ ਲਿਖਿਆ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਮੈਡਮ, ਬਹੁਤ ਬਹੁਤ ਸਵਾਗਤ ਹੈ ਜੀ। ਸਿੱਧੇ ਤੌਰ 'ਤੇ ਮੈਂ ਪੁੱਛਦਾ ਕਿ ਤੁਸੀਂ ਇੱਕ ਚਿੱਠੀ ਪਾਈ ਹੈ ਮੁੱਖ ਮੰਤਰੀ ਨੂੰ, ਕੀ ਲਿਖਿਆ ਉਸ ਚਿੱਠੀ ਦੇ ਵਿੱਚ? ਦੇਖੋ, ਮੈਂ ਇਹੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਪੰਜਾਬ ਦੀ ਨਿਮਾਣੀ ਧੀ ਹਾਂ। ਰਾਜ ਧਰਮ ਇਹ ਉਹ ਕਹਿੰਦਾ ਹੈ ਕਿ ਜਦੋਂ ਕੋਈ ਪਿਤਾ ਰੂਪੀ ਸਾਡੇ ਜੇ ਮੁੱਖ ਮੰਤਰੀ, ਜੋ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ, ਤਾਂ ਉਹਨਾਂ ਨੂੰ ਜ਼ਰੂਰ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਦੇਣਾ ਚਾਹੀਦਾ। ਸੋ ਇਹੀ ਮੈਨੂੰ ਹਿੰਮਤ ਦੇ ਸਕੀ ਕਿ ਮੈਂ ਇੱਕ ਆਮ ਲੋਕਾਂ ਦੇ ਵਿੱਚੋਂ ਉੱਠੀ ਹਾਂ ਅਤੇ ਉਹਨਾਂ ਦੀ ਆਵਾਜ਼ ਲੈ ਕੇ ਗਈ ਹਾਂ, ਕਿਉਂਕਿ ਉਹਨਾਂ ਕੋਲ ਹੋ ਸਕਦਾ ਅਨੇਕਾਂ ਕੰਮ ਹੋਣਗੇ ਜਿਨ੍ਹਾਂ ਵਿੱਚ ਇਹ ਪੱਖ ਅਣਗੌਲਿਆ ਕਿਤੇ ਰਹਿ ਗਿਆ, ਤਾਂ ਉਸੇ ਪੱਖ ਵੱਲ ਧਿਆਨ ਦਿਵਾਉਣਾ ਚਾਹਿਆ ਕਿ ਸਾਡੇ ਕੋਲ ਜੋ ਬੱਚੇ ਹੁਣ ਫਰੈਸ਼ ਨਿਕਲ ਕੇ ਜਾ ਰਹੇ ਨੇ, ਜਿਨ੍ਹਾਂ ਨੇ ਰੀਅਲ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੋਵਿਡ ਵਾਰੀਅਰਸ ਵਜੋਂ ਕੰਮ ਕਰ ਰਹੇ ਨੇ, ਜਿੱਥੇ ਕਿਉਂਕਿ ਇੱਕ ਡਾਕਟਰ ਨਾ ਹੋਏ ਤਾਂ ਤੁਸੀਂ ਸਮਝ ਸਕਦੇ ਹੋ ਇਲਾਜ ਅਸੰਭਵ ਹੈ। ਤਾਂ ਸਾਡੇ ਜੋ ਹੁਣ ਜੋ ਪੀਜੀ ਸਟੂਡੈਂਟਸ ਕਰ ਰਹੇ ਨੇ ਜਾਂ ਜੋ ਸੀਨੀਅਰ ਰੈਜ਼ੀਡੈਂਟ ਪਹੁੰਚੇ ਨੇ, ਇਹ ਰੈਜ਼ੀਡੈਂਟਸ ਆਪਣੇ ਕਈ ਅਜਿਹੇ ਨੇ ਜਿਨ੍ਹਾਂ ਨੂੰ ਕਈ ਤਨਖਾਹਾਂ ਵੀ ਨਹੀਂ 6-6 ਮਹੀਨੇ ਦੀਆਂ ਕਈਆਂ ਨੂੰ ਮਿਲੀਆਂ ਹੋਈਆਂ, ਉਹ ਵੀ ਜੁਟੇ ਨੇ। ਕਈ 6 ਜਾਂ 7 ਮਹੀਨਿਆਂ ਤੋਂ ਘਰਾਂ ਹੀ ਗਏ ਹੀ ਨਹੀਂ ਘਰ 'ਚ ਦੇਖਣ। ਕਈਆਂ ਦੇ ਫਾਦਰ ਜਾਂ ਮਦਰ ਦੀ ਡੈਥ ਹੋਈ। ਕੁਝ ਨੇ ਜਿਨ੍ਹਾਂ ਨੇ ਪ੍ਰੈਗਨੈਂਟ ਜੋ ਇੱਥੇ ਕੰਮ ਕਰ ਰਹੀਆਂ ਨੇ ਸਾਡੀਆਂ ਬੱਚੀਆਂ, ਕੁਝ ਨੇ ਜਿਨ੍ਹਾਂ ਦੇ ਬੱਚੀ ਘਰ ਪੈਦਾ ਹੋਈ, ਉਹਨੂੰ ਵੀ ਦੇਖਣ ਨਹੀਂ ਘਰ ਜਾ ਸਕੇ। ਫਿਰ ਉਸ ਤੋਂ ਇਲਾਵਾ ਅਨੇਕ ਉਹ ਨੇ ਜਿਨ੍ਹਾਂ ਨੇ ਤਨੋ ਮਨੋ ਅਤੇ ਧਨੋਂ ਸੇਵਾ ਕੀਤੀ ਹੈ। ਇਸ ਕਰਕੇ ਕਿ ਕਿਤੇ ਆਕਸੀਜਨ ਨਹੀਂ, ਕਿਤੇ ਦਵਾਈ ਨਹੀਂ, ਜਾਂ ਪਾਣੀ ਅਵੇਲੇਬਲ ਨਹੀਂ, ਅਜਿਹੇ ਸਾਰੇ ਮੌਕੇ ਕਈ ਥਾਂ ਪੱਲਿਓਂ ਪੈਸੇ ਲਾ ਕੇ ਵੀ ਉਹਨਾਂ ਨੇ ਮਦਦ ਕੀਤੀ। ਫਿਰ ਜਿੱਥੇ ਕਿਤੇ ਦਰਜਾ 4 ਨਾ ਪਹੁੰਚਿਆ, ਉੱਥੇ ਉਹਨਾਂ ਦੀ ਬੋਡੀ ਤੱਕ ਚੱਕੀ, ਮੋਢਾ ਦਿੱਤਾ, ਪੈਕ ਕੀਤੀ। ਜਿੱਥੇ ਉਹ ਰਿਸ਼ਤੇਦਾਰ ਚਲੇ ਗਏ ਸਨ ਉਹਨਾਂ ਦੇ ਕਿ ਤੁਸੀਂ ਸਾਨੂੰ ਵੀਡੀਓ ਹੀ ਭੇਜ ਦੇਣਾ ਇਹਨਾਂ ਦਾ ਕ੍ਰਿਮੇਸ਼ਨ ਕਰਕੇ, ਉੱਥੇ ਵੀ ਕਈ ਥਾਂ ਇਹ ਬੱਚੇ ਫਰੰਟ ਲਾਈਨ ਵਾਰੀਅਰ ਗਏ।
ਫਿਰ ਉਸ ਤੇ ਹੀ ਬਸ ਨਹੀਂ, ਉਹਨਾਂ ਨੇ ਮੈਂ ਆਪ ਵੇਖਿਆ ਕਿ ਜਿੱਥੇ ਸਫਾਈ ਨਹੀਂ ਸੀ ਹੋਈ ਇਹਨਾਂ ਬੱਚਿਆਂ ਨੇ ਜੋ ਸਟੂਲ ਪਾਸ ਕੀਤੇ, ਯੂਰਿਨ ਪਾਸ ਕੀਤੇ, ਉੱਥੇ ਵੀ ਇਹਨਾਂ ਦੀ ਨਾਲ ਹੈਲਪ ਕੀਤੀ ਜਾ ਕੇ। ਫਿਰ ਮੰਜੇ ਆਪ ਚੁੱਕ ਕੇ ਪੱਖਿਆਂ ਦੇ ਥੱਲੇ ਕਰ ਦਿੱਤੇ ਜਾਣ। ਗਵਾਹ ਨੇ ਜਿਹੜੇ ਤਾਂ ਰਹੇ ਨਹੀਂ, ਮੈਂ ਉਹਨਾਂ ਦਾ ਤਾਂ ਨਹੀਂ, ਪਰ ਜਿਹੜੇ ਹਨ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਇਹ ਬੱਚੇ ਅੰਦਰ ਕੰਮ ਕਰਦੇ ਰਹੇ ਨੇ। ਇਹਨਾਂ ਵਿੱਚੋਂ ਜਦੋਂ ਕੋਈ ਤੁਰ ਜਾਂਦਾ ਏ, ਤੁਸੀਂ ਸਮਝੋ ਕਿ ਇਹ ਮੌਤ ਇੱਕ ਆਮ ਮੌਤ ਇਸ ਕਰਕੇ ਨਹੀਂ ਗਿਣ ਰਹੀ ਕਿ ਇਹਨਾਂ ਨੂੰ ਸਪੈਸ਼ਲਿਸਟ ਬਣਨ ਵਿੱਚ ਲਗਭਗ £3.25 ਕਰੋੜ ਦਾ ਖਰਚਾ ਹੋ ਜਾਂਦਾ ਹੈ। ਉਹ ਮਾਪੇ ਜਿਨ੍ਹਾਂ ਨੇ ਕਰਜ਼ਾ ਚੁੱਕ ਕੇ ਇਹ ਡਾਕਟਰ ਤਿਆਰ ਕੀਤੇ ਨੇ, ਜਾਂ ਜਿਨ੍ਹਾਂ ਨੇ ਸਮਝ ਲਓ ਕਿ ਕੋਈ ਹੁਣ ਜਿਸ ਦਾ ਪਿਤਾ ਨਹੀਂ, ਜਾਂ ਜਿਨ੍ਹਾਂ ਦੇ ਮਾਂ ਪਿਓ ਦੋਨੋਂ ਹੁਣ ਨਹੀਂ ਕੰਮ ਕਰ ਰਹੇ, ਸਿਰਫ ਇਹਨਾਂ ਦੇ ਉੱਤੇ ਉਹਨਾਂ ਦਾ ਟਿਕਾ ਸੀ, ਜਾਂ ਜਿਨ੍ਹਾਂ ਦੀਆਂ ਵਾਈਫਸ ਜਾਂ ਨਹੀਂ ਕੰਮ ਕਰ ਰਹੀਆਂ, ਹਾਊਸ ਵਾਈਫਸ ਨੇ, ਛੋਟੇ ਬੱਚੇ ਨੇ, ਤੁਸੀਂ ਸਮਝ ਰਹੇ ਹੋ ਕਿ ਉਸ ਮਾਂ ਦੀ ਗੋਦ ਜਦੋਂ ਇਸ ਮੌਕੇ ਚਲੀ ਜਾਵੇ ਤੇ ਚੁਫੇਰੇ ਨਿਖੇਧੀ ਮਿਲ ਰਹੀ ਹੋਵੇ ਕਿ ਇਹ ਮਾਰ ਦਿੱਤਾ ਸਾਨੂੰ। ਸੱਚ ਜਾਣਿਓ, ਇਹ ਬੱਚੇ ਬਹੁਤ ਇਸ ਵੇਲੇ ਡਿਪਰੈਸ਼ਨ 'ਚ ਜਾ ਚੁੱਕੇ ਨੇ। ਸੀਨੀਅਰ ਡਾਕਟਰਸ ਵੀ, ਅਸੀਂ ਦਿਨ ਰਾਤ ਸਰਕਾਰੀ ਡਾਕਟਰ ਸਾਰੇ ਕੰਮ ਕਰ ਰਹੇ ਹਾਂ। ਸਿਰਫ ਇੰਨੀ ਕੁ ਗੱਲ ਮੈਂ ਮੰਗੀ ਸੀ ਕਿ ਉਹਨਾਂ ਬੱਚਿਆਂ ਨੂੰ ਤੁਸੀਂ ਸ਼ਹੀਦ ਦਾ ਦਰਜਾ ਦਿਓ ਜੋ ਕਿ ਬਿਨਾਂ ਹਥਿਆਰਾਂ ਦੇ ਜੰਗ ਵਿੱਢੀ ਹੋਈ ਆ ਉਹਨਾਂ ਨੇ ਇਸ ਮੌਕੇ। ਜਿੰਨੇ ਵੀ ਬਚ ਸਕੇ ਨੇ ਲੋਕ, ਤਾਂ ਇਹ ਉਹਨਾਂ ਦੀ ਮਿਹਨਤ ਸਦਕਾ ਹੀ ਬਚ ਸਕੇ ਨੇ। ਫਿਰ ਇਸ ਤੋਂ ਇਲਾਵਾ 1 ਕਰੋੜ ਦਾ ਜ਼ਰੂਰ ਮੈਂ ਉਹਨਾਂ ਲਈ ਮੰਗਿਆ ਕਿ ਮੁਆਵਜ਼ਾ ਮਿਲਣਾ ਚਾਹੀਦਾ, ਕਿਉਂਕਿ ਜਦੋਂ ਇਹ ਦਾਖਲ ਹੁੰਦੇ ਨੇ ਕਰੋੜ ਦੇ ਕਰੀਬ ਤਾਂ ਉੱਥੇ ਹੀ ਖਰਚਾ ਕਰ ਰਹੇ ਨੇ ਆਪਣੀ ਬਿਮਾਰੀ ਤੇ ਹੀ, ਜਿਹੜਾ ਰੀਇੰਬਰਸਮੈਂਟ ਨਹੀਂ ਹੋਈ, ਕੁਝ ਵੀ ਹਾਸਲ ਨਹੀਂ ਹੋਇਆ। ਮੈਂ ਪੁੱਛ ਰਹੀ ਹਾਂ, ਉਹਨਾਂ ਮਾਵਾਂ ਦੀ ਆਵਾਜ਼ ਬਣ ਕੇ ਅੱਗੇ ਆਈਆਂ ਜਿਨ੍ਹਾਂ ਦੇ ਪੁੱਤਰ ਧੀਆਂ ਚਲੇ ਗਏ ਨੇ, ਕਿ ਉਹਨਾਂ ਲਈ ਕੋਈ ਅੱਖ ਹੰਝੂ ਡੋਲੇ। ਉਸ ਪਾਸੇ ਧਿਆਨ ਕਰਵਾਇਆ ਕਿ ਇਹ 2 ਮੰਗਾਂ ਮੇਰੀਆਂ ਜ਼ਰੂਰ ਸੁਣ ਲਓ, ਪੂਰੀਆਂ ਕਰ ਦਿਓਗੇ ਤਾਂ ਦੁਆਵਾਂ ਹੀ ਦੇਣਗੀਆਂ ਉਹ ਮਾਵਾਂ ਜਿਨ੍ਹਾਂ ਦੀਆਂ ਕੁੱਖਾਂ ਸੁੰਨੀਆਂ ਹੋਈਆਂ ਨੇ। ਇੱਕ ਹੋਰ ਮੰਗ ਕੀਤੀ ਸੀ ਕਿ ਸ਼ਾਇਦ ਤਿੱਖੀ ਹੈ, ਮਾੜੀ ਵੀ ਤੁਹਾਨੂੰ ਲੱਗੇ, ਪਰ ਵੇਖੋ ਸੱਚ ਹਮੇਸ਼ਾ ਹੀ ਕੌੜਾ ਹੁੰਦਾ, ਤਾਂ ਕਿਸੇ ਨਾ ਕਿਸੇ ਨੂੰ ਤਾਂ ਹਿੰਮਤ ਕਰਨੀ ਪੈਣੀ ਸੀ ਗੱਲ ਕਰਨ ਦੀ। ਮੈਂ ਕਿਹਾ ਸੀ ਕਿ ਜਿਸ ਤਰੀਕੇ ਸਾਡਾ ਪੰਜਾਬ ਇਸ ਵੇਲੇ ਜੋ ਹਾਲਾਤਾਂ ਵਿੱਚੋਂ ਲੰਘ ਰਿਹਾ, ਜਿਹੜੇ ਹਾਲਾਤ 'ਚੋਂ, ਉਹਨਾਂ ਵਿੱਚ ਫ੍ਰੀ ਐਂਬੂਲੈਂਸ ਸੇਵਾ ਸਾਨੂੰ ਜ਼ਰੂਰੀ ਹੈ ਕਰਨੀ। ਜਿੱਥੇ ਈਵਨ ਆਫਟਰ ਡੈਥ ਵੀ ਜਿਹੜੀ ਡੈਥ ਵੈਨ ਵੀ ਅਸੀਂ ਦੇਖ ਰਹੇ ਹਾਂ ਜਿਹੜੀ ਜਾ ਰਹੀ ਹੈ, ਉਹਨਾਂ ਵਿੱਚ ਵੀ ਬਹੁਤ ਲੋਕ ਪੈਸੇ ਕਮਾਈ ਵਾਲਾ ਸਾਧਨ ਲੱਭ ਰਹੇ ਨੇ। ਸੋ ਜੇ ਅਸੀਂ ਪੰਜਾਬ ਵਿੱਚ ਸਾਰੇ ਇੱਕ ਫ੍ਰੀ ਐਂਬੂਲੈਂਸ ਹਰ ਪਿੰਡ ਦੇ ਵਿੱਚ ਵੀ ਦੇ ਦਈਏ, ਤਾਂ ਉਹਦੇ ਨਾਲ, ਜਾਂ ਕਹਿ ਲਓ 2 ਪਿੰਡ ਮਿਲਾ ਕੇ ਵੀ ਹੋਵੇ, ਤਾਂ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੋਏਗੀ ਵਰਲਡ ਕਲਾਸ ਜੇ ਬਣਾਉਣੀ ਹੋਏ। ਸੱਚ ਜਾਣਿਓ, 1 ਰੁਪਈਆ ਵੀ ਨਹੀਂ ਲੱਗੇਗਾ। ਮੈਂ ਤੁਹਾਨੂੰ ਤਰੀਕੇ ਸਿਰਫ 2 ਨੇ, ਬਹੁਤ ਸਿੰਪਲ ਤਰੀਕੇ ਨਾਲ ਸਾਡਾ ਪੰਜਾਬ ਦਾ ਹੈਲਥ ਸਿਸਟਮ ਵੀ ਲੀਹਾਂ ਤੇ ਆ ਸਕਦਾ ਹੈ, ਤੇ ਸਾਡਾ ਇਹ ਸਾਰੇ ਦਾ ਸਾਰਾ ਜੋ ਇਸ ਵੇਲੇ ਦਾ ਜੋ ਮਾਹੌਲ ਹੈ, ਮੰਜ਼ਰ ਬਣਿਆ ਹੋਇਆ, ਉਹਦੇ 'ਚ ਮੇਰਾ ਖਿਆਲ ਹੈ ਹਰ ਘਰ ਦੁਆਵਾਂ ਦੇਗਾ ਜੇ ਸਾਡੇ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਹੋ ਜਾਏ। ਹੁਣ ਕਿਵੇਂ? ਸਿਰਫ ਇੰਨੀ ਕੁ ਗੱਲ, ਪਹਿਲੀ ਚੀਜ਼, ਸਾਡੇ ਇਸ ਵੇਲੇ ਆਨਲਾਈਨ ਤੁਹਾਨੂੰ ਪਤਾ ਸਾਰੇ ਕੰਮ ਹੋ ਰਹੇ ਨੇ। ਸੋ ਸਾਡੇ ਸਕੱਤਰ ਸਾਹਿਬਾਨ ਜਿਹੜੇ, ਜਾਂ ਹਾਈ ਅਫੀਸ਼ੀਅਲਸ ਜਿਨ੍ਹਾਂ ਨੂੰ ਕਹਿ ਸਕਦੇ ਹੋ, ਜਿਨ੍ਹਾਂ ਦੇ ਕੋਲ ਇਸ ਵੇਲੇ ਕੋਈ ਕਾਰਾਂ ਦਾ ਉਹਨਾਂ ਦਾ ਖਰਚਾ, ਉਹਨਾਂ ਦੇ ਡਰਾਈਵਰ ਦਾ, ਪੈਟਰੋਲ ਦਾ ਖਰਚਾ ਇੰਨਾ ਹੀ ਮਨਫੀ ਹੋ ਜਾਏ, ਤਾਂ ਤੁਸੀਂ ਸਮਝ ਸਕਦੇ ਹੋ ਕਰੋੜਾਂ ਦਾ ਬਜਟ ਸਾਡਾ ਜੋ ਅੱਗੇ ਹੀ ਪੰਜਾਬ ਦਾ ਥੱਲੇ ਜਾ ਰਿਹਾ, ਉਹਦੇ ਵਿੱਚੋਂ ਇਹ ਮੁਫਤੋਂ ਮੁਫਤ ਬਾਹਰ ਨਿਕਲ ਸਕਦਾ। ਦੂਜੀ ਵੱਡੀ ਗੱਲ, ਜਿਹੜੇ ਵੀ ਸਾਡੇ ਅਸਰ ਰਸੂਖ ਵਾਲੇ, ਭਾਵੇਂ ਸਿਆਸਤਦਾਨ ਨੇ, ਭਾਵੇਂ ਹਾਈ ਅਫੀਸ਼ੀਅਲਸ ਨੇ, ਗਵਰਨਮੈਂਟ ਅਫੀਸ਼ੀਅਲਸ, ਜਿਹੜੇ ਆਪਣਾ ਇਲਾਜ ਕਰਨ ਲਈ ਵਤਨੋਂ ਪਾਰ ਜਾਂਦੇ ਨੇ ਜਾਂ ਪ੍ਰਾਈਵੇਟ ਦੇ ਵਿੱਚ ਐਡਮਿਸ਼ਨ ਚਾਹੁੰਦੇ ਨੇ ਉੱਥੇ ਹੋਵੇ, ਤਾਂ ਰੱਬ ਦਾ ਦਿੱਤਾ ਉਹਨਾਂ ਕੋਲ ਬਹੁਤ ਕੁਛ ਹੈ, ਬੜੀ ਮਿਹਰ ਹੈ ਰੱਬ ਦੀ, ਤਾਂ ਉਹ ਮੇਰਾ ਖਿਆਲ ਹੈ ਆਪਣਾ ਖਰਚਾ ਜਾਂ ਆਪਣੇ ਟੱਬਰ ਦਾ ਖਰਚਾ ਆਪ ਚੁੱਕ ਸਕਦੇ ਨੇ। ਉਸ ਖਰਚੇ ਨੂੰ ਜੇ ਉਹਦੀ ਰੀਇੰਬਰਸਮੈਂਟ ਹੀ ਇਕੱਲੀ ਬੰਦ ਹੋ ਜਾਏ, ਜੋ ਕਰੋੜਾਂ ਦੇ ਵਿੱਚ ਪਰ ਹੈਡ ਖਰਚਾ ਪਹੁੰਚ ਜਾਂਦਾ, ਤੁਸੀਂ ਸਮਝ ਸਕਦੇ ਹੋ ਕਿੰਨੀਆਂ ਅਨਮੋਲ ਜਾਨਾਂ ਅਸੀਂ ਪੰਜਾਬ ਦੀਆਂ ਬਚਾ ਸਕਦੇ ਹਾਂ। ਸੋ ਮੇਰੀ ਤਾਂ ਨਿਮਾਣੀ ਜਿਹੀ ਮੰਗ ਹੈ, ਪਰ ਮੈਂ ਇੱਕ ਛੋਟੀ ਜਿਹੀ ਲੱਕੜ ਹਾਂ ਜਿਹਨੂੰ ਸੌਖਿਆਂ ਟੁੱਟ ਸਕਦੀ ਹੈ, ਕੋਈ ਵੀ ਤੋੜ ਦੇਗਾ। ਮੈਂ ਚਾਹੁੰਦੀ ਸਾਂ ਤੁਸੀਂ ਮੇਰੀਆਂ ਬਾਹਾਂ ਬਣੋ ਤਾਂ ਕਿ ਅਸੀਂ ਇੱਕ ਇਹ ਗੱਠਾ ਬਣਾ ਸਕੀਏ, ਮੰਗ ਰੱਖ ਸਕੀਏ। ਜੇ ਲੋਕਾਂ ਨੂੰ ਲੱਗਦਾ ਇਹ ਸੱਚ ਹੈ ਤਾਂ ਜ਼ਰੂਰ ਆਵਾਜ਼ ਚੁੱਕੋ, ਤੁਹਾਡੀ ਆਵਾਜ਼ ਸੁਣੀ ਜਾਏਗੀ। ਕਿਉਂਕਿ ਲੋਕ ਆਵਾਜ਼, ਅੱਗੇ ਮੈਂ ਅੱਗੇ ਵੀ ਕਿਹਾ ਸੀ, ਰਾਜ ਧਰਮ ਇਹੋ ਕਹਿੰਦਾ ਕਿ ਪਿਤਾ ਰੂਪ ਜਦੋਂ ਕੋਈ ਵੀ ਸਾਡੇ ਉੱਪਰ ਬੈਠਾ ਹੋਏਗਾ ਤਾਂ ਉਹ ਜ਼ਰੂਰ ਇਹ ਮੰਗ, ਜੋ ਜਾਇਜ਼ ਮੰਗ, ਜ਼ਰੂਰ ਮੰਨੀ ਜਾਏਗੀ। ਸੋ ਤੁਸੀਂ ਦੇਖਿਆ ਕਿ ਕਿਉਂਕਿ ਡਾਕਟਰ ਸਾਹਿਬ ਹਮੇਸ਼ਾ ਹੀ
ਸਮਾਜ ਲਈ ਆਵਾਜ਼ ਚੱਕਦੇ ਰਹਿੰਦੇ ਆ, ਚਾਹੇ ਫਿਰ ਕਈ ਵਾਰ ਤਿੱਖੀ ਆਵਾਜ਼ ਵੀ ਚੱਕਣੀ ਪਵੇ, ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ। ਸੋ ਅੱਜ ਵੀ ਜਿਹੜੀ ਇਹਨਾਂ ਦੀ ਆਵਾਜ਼ ਹੈ ਆਪਣੇ ਉਹਨਾਂ ਬੱਚਿਆਂ ਲਈ ਹੈ ਜਿਹੜੇ ਬੱਚੇ ਇਹਨਾਂ ਕੋਲ ਕੰਮ ਕਰਦੇ ਆ, ਡਾਕਟਰਸ ਨੇ। ਇਹਨਾਂ ਦਾ ਕਹਿਣਾ ਹੈ ਕਿ ਅਗਰ ਉਹ ਬਿਨਾਂ ਜੰਗ, ਬਿਨਾਂ ਕਿਸੇ ਹਥਿਆਰ ਤੋਂ ਜੰਗ ਲੜ ਰਹੇ ਆ, ਉਹਦੇ ਵਿੱਚ ਸ਼ਹਾਦਤ ਪਾ ਰਹੇ ਆ, ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਔਰ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇੱਕ ਡਾਕਟਰ ਬਣਨ ਤੱਕ 3.5 ਕਰੋੜ ਰੁਪਇਆ ਜਿਹੜਾ ਹੈ ਖਰਚ ਹੋ ਜਾਂਦਾ। ਇਸ ਤੋਂ ਇਲਾਵਾ ਫਿਰ ਪਰਿਵਾਰ ਦੇ ਵਿੱਚ ਜੇਕਰ ਕੋਈ ਕਮਾਉਣ ਵਾਲਾ ਨਹੀਂ ਹੈ, ਉਸ ਡਾਕਟਰ 'ਤੇ ਡਿਪੈਂਡ ਕਰਦਾ ਸਾਰਾ ਪਰਿਵਾਰ। ਔਰ ਡਾਕਟਰ ਅੱਜ ਦਿਨ ਰਾਤ ਮਿਹਨਤ ਕਰ ਰਹੇ ਆ ਕਰੋਨਾ ਵਾਰਡ ਦੇ ਵਿੱਚ। ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਸਾਫ਼ ਸਫਾਈ ਤੋਂ ਲੈ ਕੇ ਲਾਸ਼ਾਂ ਪੈਕ ਕਰਨ ਤੱਕ ਦਾ ਵੀ ਕੰਮ ਜਿਹੜੇ ਡਾਕਟਰ ਖੁਦ ਕਰ ਰਹੇ ਆ, ਇਹ ਨੌਜਵਾਨ ਕਰ ਰਹੇ ਆ, ਜਜ਼ਬੇ ਦੇ ਨਾਲ ਕਰ ਰਹੇ ਆ। ਸੋ ਉਹਨਾਂ ਦੇ ਲਈ ਇਹਨਾਂ ਨੇ ਮੰਗ ਕੀਤੀ ਹੈ। ਦੂਸਰੀ ਮੰਗ ਸਮਾਜ ਲਈ ਕੀਤੀ ਹੈ, ਜਿਹੜੇ ਕਿ ਪਿੰਡਾਂ ਦੇ ਵਿੱਚ ਨੇ, ਸ਼ਹਿਰਾਂ ਦੇ ਵਿੱਚ ਹੈ, ਕਿ ਇੱਕ ਐਂਬੂਲੈਂਸ ਘੱਟੋ ਘੱਟ ਇੱਕ ਪਿੰਡ ਨੂੰ ਦਿੱਤੀ ਜਾਵੇ ਜੋ ਕਿ ਫ੍ਰੀ ਕੰਮ ਕਰੇ। ਉਹਦੇ ਲਈ ਇੱਕ ਸਰਲ ਤਰੀਕਾ ਵੀ ਦੱਸਿਆ, ਜੋ ਕਿ ਥੋੜ੍ਹਾ ਜਿਹਾ ਕਈ ਲੋਕਾਂ ਨੂੰ ਪਸੰਦ ਨਹੀਂ ਆਏਗਾ, ਕਿਉਂਕਿ ਉਹ ਪੂੰਜੀਪਤੀਆਂ 'ਤੇ ਜਾਂ ਉਹਨਾਂ ਰਾਸੀ ਲੋਕਾਂ ਦੇ ਜੋ ਕਿ ਲਾਹੇ ਲੈ ਰਹੇ ਆ, ਉਹਨਾਂ 'ਤੇ ਥੋੜ੍ਹਾ ਜਿਹਾ ਕਟਾਕਸ਼ ਹੋ ਸਕਦਾ। ਉਹ ਜਿਹੜੀ ਹੈ ਗੱਲ ਕੀਤੀ ਹੈ। ਹੁਣ ਮੈਂ ਡਾਕਟਰ ਸਾਹਿਬ ਇੱਕ ਗੱਲ ਕਹਿਣਾ ਚਾਹੇ, ਤੁਸੀਂ ਜਿਸ ਤਰ੍ਹਾਂ ਕਿ ਗੱਲ ਦੇ ਵਿੱਚ ਜ਼ਿਕਰ ਕੀਤਾ ਕਿ ਕੁਝ ਲੋਕਾਂ ਦੀ ਜਿਹੜੀ ਹੈ ਬੁਰਾਈ ਦਾ ਵੀ ਸਾਹਮਣਾ ਕਰਨਾ ਪੈਂਦਾ ਡਾਕਟਰਸ ਫੀਲਡ ਵਾਲੇ ਲੋਕਾਂ ਨੂੰ। ਉਹ ਲੋਕ ਉਹਨਾਂ ਲਈ ਕਹਿੰਦੇ ਜਿਹੜੇ ਡਾਕਟਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬੈਠ ਕੇ ਮੋਟੀਆਂ ਰਕਮਾਂ, ਮੋਟੀਆਂ ਫੀਸਾਂ ਜਿਹੜੀਆਂ ਅੱਜ ਕਰੋਨਾ ਕਾਲ ਦੇ ਵਕਤ ਜਿਹੜੇ ਵਸੂਲ ਰਹੇ ਆ, ਕਿਉਂਕਿ ਅਕਸਰ ਖਬਰਾਂ ਦੇਖਣ ਨੂੰ ਮਿਲ ਰਹੀਆਂ, ਕੋਈ ਆਕਸੀਜਨ ਦਾ ਸਿਲੰਡਰ ਮਹਿੰਗਾ ਵੇਚ ਰਿਹਾ, ਕੋਈ ਦਵਾਈਆਂ ਮਹਿੰਗੀਆਂ ਵੇਚ ਰਿਹਾ, ਕੋਈ ਜੇਕਰ ਸਰਕਾਰ ਨੇ ਨਿਰਧਾਰਿਤ ਕੀਤੇ ਰੇਟ ਨੇ ਉਹਨਾਂ ਤੋਂ ਦੁੱਗਣੇ ਚੌਗਣੇ ਪੈਸੇ ਲੈ ਰਿਹਾ। ਤੁਸੀਂ ਮੰਨੋਗੇ ਕੁਝ ਲੋਕਾਂ ਦਾ ਕਹਿਣਾ ਕਿ ਪਟਿਆਲੇ ਵਰਗੇ ਸ਼ਹਿਰ ਦੇ ਵਿੱਚ ਵੀ 20-30 ਲੱਖ ਰੁਪਈਆ ਜਿਹੜਾ ਹੈ ਚਾਰਜ ਕੀਤਾ ਜਾ ਰਿਹਾ ਕਰੋਨਾ ਦੇ ਇਲਾਜ ਦੇ ਨਾਂ ਦੇ ਉੱਤੇ। ਇਹਨਾਂ ਡਾਕਟਰਾਂ ਬਾਰੇ ਫਿਰ ਤੁਸੀਂ ਕੀ ਸੋਚਦੇ ਹੋ? ਬਿਲਕੁਲ, ਮੈਂ ਕ੍ਰਿਮੀਨਲ ਇਹ ਐਕਟੀਵਿਟੀ ਗਿਣਦੀ ਹਾਂ, ਕਿਉਂਕਿ ਜੋ ਗਲਤ ਹੈ ਉਹਨੂੰ ਗਲਤ ਕਹਿਣ ਦਾ ਜ਼ਰੂਰ ਦਮ ਹੋਣਾ ਚਾਹੀਦਾ, ਤੇ ਜੋ ਸਹੀ ਹੈ ਉਹਨੂੰ ਵੀ ਸਹੀ ਕਹਿਣਾ ਚਾਹੀਦਾ। ਜਿੱਥੇ ਇੱਕ ਪਾਸੇ ਮੈਂ ਸਿਫਤ ਕਰਦੀ ਹਾਂ ਕਿ ਸਰਕਾਰ ਨੇ ਜੋ ਫਤਿਹ ਕਿਟਸ ਦਿੱਤੀਆਂ ਨੇ, ਵਾਕਈ ਉਹ ਬਹੁਤ ਫਾਇਦੇਮੰਦ ਸਾਬਤ ਹੋ ਰਹੀਆਂ ਨੇ। ਇੱਕ ਪੋਜ਼ਿਟਿਵ ਜੋ ਕਦਮ ਉਹਨਾਂ ਵੱਲੋਂ ਉਹਦੀ ਵੀ ਮੈਂ ਸਿਫਤ ਕਰਦੀ ਹਾਂ। ਪਰ ਦੂਜੇ ਪਾਸੇ ਇਹ ਜੋ ਕਿ ਲੁੱਟ ਮਚਾ ਰਹੇ ਨੇ ਜਾਂ ਕਾਲਾ ਬਾਜ਼ਾਰੀ ਕਰ ਰਹੇ ਨੇ, ਇਹਨਾਂ ਵਿਰੁੱਧ ਜ਼ਰੂਰ ਸਖਤ ਐਕਸ਼ਨ ਹੋਣਾ ਚਾਹੀਦਾ, ਥੋੜਾ ਨਹੀਂ, ਤਾਂ ਕਿ ਸਾਨੂੰ ਸਾਰਿਆਂ ਨੂੰ ਹੀ, ਜੋ ਅਸੀਂ ਸਮਾਜ 'ਚ ਵਿਚਰ ਰਹੇ ਹਾਂ, ਕਿ ਇੱਕ ਆਕਸੀਜਨ ਖੋਲ੍ਹਣ ਦੀ ਚਾਬੀ ਤੋਂ ਲੈ ਕੇ ਅਸੀਂ ਨਿੱਕੀ ਤੋਂ ਨਿੱਕੀ ਦਵਾਈ ਤੋਂ ਲੈ ਕੇ ਹਰ ਚੀਜ਼ ਵਿੱਚ ਜੋ ਅਸੀਂ ਇਸ ਵੇਲੇ ਕਾਲਾ ਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ। ਪਤਾ ਨਹੀਂ ਕਿਉਂ ਹਾਲੇ ਵੀ ਸਾਨੂੰ ਸਮਝ ਨਹੀਂ ਆ ਰਹੀ ਕਿ ਵੱਡੇ ਰਸੂਖਵਾਨ ਵੀ ਗਏ ਨੇ, ਆਮ ਬੰਦਾ ਵੀ ਗਿਆ। ਕਿ ਤੁਹਾਨੂੰ ਕਦੇ ਦਿਸਿਆ ਕਿਸੇ ਨੇ ਆਪਣੀ ਜਾਇਦਾਦ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕੀਤੀ ਹੋਵੇ? ਪਲਾਂ ਛਿਣਾਂ ਵਿੱਚ ਲੋਕ ਤੁਰ ਜਾਂਦੇ ਨੇ। ਸੋ ਇਸ ਚੀਜ਼ ਦਾ ਇਸ ਮੌਕੇ ਤੱਕ ਘੱਟੋ ਘੱਟ ਆਪਾਂ ਲਹੂ ਨਾ ਨਿਚੋੜੀਏ, ਇਹ ਜ਼ਰੂਰੀ ਜੇ, ਤੇ ਉਹਨਾਂ ਵਿਰੁੱਧ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਉਹਨਾਂ ਡਾਕਟਰਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਅੱਜ ਇਨਸਾਨੀਅਤ ਦੀ ਇੱਥੇ ਸ਼ਰਮਸ਼ਾਰ ਕਰ ਰਹੇ, ਉੱਥੇ ਇਨਸਾਨ ਦਾ ਲਹੂ ਨਿਚੋੜਨ 'ਚ ਵੀ ਘਾਟ ਨਹੀਂ ਛੱਡ ਰਹੇ। ਹੁਣ ਮੈਂ ਗੱਲ ਕਰ ਲੈਣਾ, ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ੱਕਤ ਕਰ ਰਹੇ ਆ ਡਾਕਟਰ, ਬਹੁਤ ਜ਼ਿਆਦਾ ਜ਼ੋਰ ਲਗਾ ਰਹੇ ਆ। ਤੁਸੀਂ ਵੀ ਕਰੋਨਾ ਵਾਰਡ ਦੇ ਵਿੱਚ ਡਿਊਟੀ ਨਿਭਾਉਂਦੇ ਹੋ। ਹੁਣ ਤੁਸੀਂ ਕਿਹਾ ਕਿ ਰਾਤ ਦੀ ਮੇਰੀ ਡਿਊਟੀ ਹੈ, ਮੈਂ ਜਾਣਾ। ਸੋ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਤੁਹਾਨੂੰ ਅੰਦਰ ਆ ਰਹੀਆਂ? ਕਿਉਂਕਿ ਕਿੱਟ ਪਾਉਣਾ ਤਾਂ ਅਸੀਂ ਸਮਝ ਰਹੇ ਹਾਂ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਪਤਾ ਲੱਗਦਾ ਕਿ 2-3 ਘੰਟੇ ਬੰਦਾ ਪਸੀਨੇ ਦੇ ਵਿੱਚ ਰਹਿੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਕਿਹੜੀਆਂ ਦਿੱਕਤਾਂ ਅੰਦਰ ਆਉਂਦੀਆਂ ਕਰੋਨਾ ਵਾਰਡ ਦੇ ਵਿੱਚ ਕੰਮ ਕਰਦੇ ਹੋਏ? ਦੇਖੋ, ਕਿਉਂਕਿ ਇਹ ਕਰੋਨਾ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਪਲਾਂ ਛਿਣਾਂ 'ਚ ਲੈ ਜਾਂਦੀ ਹੈ। ਸਾਡੇ ਕੋਲ ਜਦੋਂ ਕੋਈ ਬਹੁਤ ਸੀਰੀਅਸ ਹਾਲਤ ਵਿੱਚ ਆਵੇ, ਜਦੋਂ ਉਹ ਮਰੀਜ਼ ਹੱਥ ਜੋੜਦੇ ਨੇ ਬਚਾ ਲਓ ਕਿਸੇ ਤਰੀਕੇ, ਸੱਚ ਜਾਣੇ ਹੋਰ ਕੋਈ ਮੁਸ਼ਕਿਲ ਉਸ ਵੇਲੇ, ਮੈਂ ਆਪ ਨਹੀਂ ਕਿ ਮੈਂ ਆਪਣੀ ਗੱਲ ਕਰ ਰਹੀ ਹਾਂ, ਜਿੰਨੇ ਵੀ ਹੋਰ ਇੱਥੇ ਬੈਠੇ ਨੇ ਡਾਕਟਰ ਜਿਨ੍ਹਾਂ ਦੇ ਮਨਾਂ 'ਚ ਲੋਕਾਂ ਲਈ ਪੀੜ ਹੈ, ਮੈਂ ਆਪ ਕਈ ਡਾਕਟਰਾਂ ਨੂੰ ਰੋਂਦੇ ਉਸ ਸਮੇਂ ਵੇਖਿਆ। ਆਪ ਵੀ, ਮੇਰੇ ਵੀ ਕਈ ਵਾਰ ਹੰਝੂ ਭਰ ਜਾਂਦੇ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਅੱਗੇ ਚੱਲਿਆ, ਅਸੀਂ ਕੁਝ ਵੀ ਨਹੀਂ ਕਰ ਸਕ ਰਹੇ ਉਹਨੂੰ ਬਚਾਉਣ ਲਈ। ਇੱਕ ਇਸ ਹਾਲਤ ਵਿੱਚ ਜਦੋਂ ਕੋਈ ਡਾਕਟਰ, ਕਿਉਂਕਿ ਇਹ ਪੇਸ਼ਾ ਜਿਹਾ ਜਿਸ 'ਚ ਜਾਨ ਬਚਾ ਕੇ ਖੁਸ਼ੀ ਮਹਿਸੂਸ ਹੁੰਦੀ ਹੈ, ਸਾਨੂੰ ਕੁਝ ਹਾਸਲ ਹੋਇਆ। ਗੱਲਾਂ ਕਰਦਿਆਂ ਕਰਦਿਆਂ ਹੀ ਜਦੋਂ ਸਾਡੇ ਅੱਗੇ ਉਹ ਤੁਰ ਜਾਂਦੇ ਨੇ, ਉਹਨਾਂ ਦੀਆਂ ਕੁਝ ਗੱਲਾਂ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੀ ਹਾਂ। ਅਖੀਰੀ ਮੌਕੇ ਜਦੋਂ ਕੋਈ ਗੱਲ ਹੁੰਦੀ ਜੇ, ਜਿਹਨੇ ਸ਼ਾਇਦ ਦੱਸਦਿਆਂ ਮੇਰਾ ਫਿਰ ਗਲਾ ਭਰ ਜਾਏ। ਇੱਕ ਪਿਤਾ ਦਾ ਦੱਸਣਾ ਚਾਹੁੰਦੀ ਹਾਂ, ਜਿਹਨੇ ਕਿਹਾ ਮੇਰੀ ਧੀ ਨੇ ਮੇਰੀ ਮਰਜ਼ੀ ਤੋਂ ਬਗੈਰ ਵਿਆਹ ਕੀਤਾ ਸੀ, ਤੇ ਮੈਂ ਇਸ ਵੇਲੇ ਚਾਹੁੰਦਾ ਕਿ ਉਹਨੂੰ ਜੱਫੀ ਪਾ ਸਕਾਂ, ਉਹਨੂੰ ਖਿਮਾ ਕਰ ਸਕਾਂ, ਪਰ ਉਹ ਕਰ ਨਹੀਂ ਸਕੇ। ਇਸੇ ਤਰ੍ਹਾਂ ਇੱਕ ਭਰਾ ਦਾ ਸੀ ਕਿ ਮੈਂ ਆਪਣੇ ਭਰਾ ਨਾਲ ਸਾਰੀ ਉਮਰ ਲੜਾਈ ਕਰਦਾ ਰਿਹਾ, ਤੇ ਮੈਂ ਚਾਹੁੰਦਾ ਮਾਫ਼ ਕਰਦਿਆਂ ਉਹਦੇ ਨਾਲ ਗੱਲ ਕਰ ਸਕਾਂ, ਨਹੀਂ ਉਹ ਕਰ ਸਕੇ, ਉਹ ਵੀ ਚਲੇ ਗਏ। ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ ਚੀਜ਼ਾਂ ਤੋਂ ਕਿ ਅਸੀਂ
ਪਤਾ ਨਹੀਂ ਕਿਹੜੇ ਭਰਮ ਨਾਲ ਆਪਣੀ ਮੈਂ ਨੂੰ ਉਗਾੜ ਕੇ ਅੱਗੇ ਲਿਆਉਂਦੇ ਆ ਕਿ ਮੈਂ ਇਸ ਨੂੰ ਖਰੇ ਸਦੀਵੀ ਹੋਈ ਆ ਕਿ ਮੈਂ ਲੜਾਈਆਂ ਕਰ ਸਕਦਾ, ਜਦ ਕਿ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਪਿਆਰ ਵੰਡਣ ਦਾ ਵੀ ਸਮਾਂ ਨਹੀਂ ਸਾਡੇ ਕੋਲ, ਪਤਾ ਹੀ ਨਹੀਂ ਕਦੋਂ ਤੁਰ ਜਾਣਾ। ਸੋ ਇਹ ਨਿੱਕੇ ਮੋਟੇ ਜਿਹੜੇ ਆਪਸੀ ਮਨ ਮੁਟਾਵ ਨੇ ਖ਼ਤਮ ਕਰ ਲੈਣੇ ਚਾਹੀਦੇ ਨੇ। ਕਰੋਨਾ ਨੇ ਘੱਟੋ ਘੱਟ ਇਹੋ ਕੁਝ ਸਿਖਾ ਦਿੱਤਾ। ਇਹ ਚੀਜ਼ ਬਹੁਤ ਔਖੀ ਜੇ ਡਿਊਟੀ ਦੇ ਦੌਰਾਨ ਵੇਖਣੀ, ਕਿਸੇ ਨੂੰ ਤੁਰਦੇ ਜਾਂਦੇ ਵੇਖਣਾ, ਨਿਕਲ ਚੱਲਿਆ। ਸੋ ਉਸ ਸਮੇਂ ਡਾਕਟਰ ਕੋਲ ਪਾਣੀ ਪੀਣ ਨੂੰ ਹੈ ਜਾਂ ਨਹੀਂ, ਇਹ ਚੀਜ਼ਾਂ ਜਾਂ ਕੁਝ ਉੱਥੇ ਸਾਨੂੰ ਦਿੱਕਤਾਂ ਆ ਰਹੀਆਂ ਨੇ, ਬੈਠਣ ਨੂੰ ਕੁਰਸੀ ਹੈ ਜਾਂ ਨਹੀਂ, ਜਾਂ ਆਰਾਮ ਕਰਨ ਨੂੰ ਹੈ ਕਿ ਨਹੀਂ, ਇਹ ਬਹੁਤ ਨਿੱਕੀਆਂ ਗੱਲਾਂ ਨੇ। ਮੇਰੇ ਵੱਲੋਂ ਬਹੁਤ ਮਾੜਾ ਲੱਗੇਗਾ ਜੇ ਮੈਂ ਕਹਾਂ ਵੀ ਇਹ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹੈ, ਉੱਕਾ ਨਹੀਂ ਹੁੰਦੀ ਉਸ ਵੇਲੇ। ਤੁਸੀਂ ਜਦੋਂ ਕਿਸੇ ਨੂੰ ਇਸ ਹਾਲ ਵਿੱਚ ਦੇਖਦੇ ਹੋ ਕਿ ਨਹੀਂ ਬਚਾਇਆ ਜਾ ਸਕਿਆ, ਮਜਬੂਰ ਹੋ ਗਏ, ਚਲਾ ਗਿਆ ਬੰਦਾ ਤੁਹਾਡੇ ਹੱਥ ਦੇ ਅੱਗੇ, ਉਹ ਪੀੜ ਅਜਿਹੀ ਹੁੰਦੀ ਹੈ ਜਿਹੜੀ ਸੌਣ ਨਹੀਂ ਦਿੰਦੀ। ਸਾਨੂੰ ਆਪ ਕਈ ਵਾਰ ਡਿਪਰੈਸ਼ਨ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਇੰਨੀਆਂ ਮੌਤਾਂ, ਇੰਝ ਹੀ ਲੱਗਣ ਲੱਗ ਜਾਂਦਾ ਖਰੇ ਅਗਲੀ ਅਸੀਂ ਹੀ ਹੋਵਾਂਗੇ ਇੱਥੇ ਪਏ। ਕਿ ਇਸ ਬਿਮਾਰੀ ਨੂੰ ਕੰਟਰੋਲ ਜਿੱਥੇ ਸਿਰਫ ਅਸੀਂ ਮਾਸਕ ਪਾ ਕੇ ਜਾਂ ਦੂਰੀ ਮੇਨਟੇਨ ਕਰਕੇ ਜਾਂ ਹੱਥਾਂ ਦੀ ਸਫਾਈ ਕਰਕੇ ਰੋਕ ਸਕਦੇ ਹਾਂ, ਉੱਥੇ ਸੱਚੀ ਮੁੱਚੀ ਇੱਦਾਂ ਦੀਆਂ ਮੌਤਾਂ ਹੁੰਦੀਆਂ ਸਾਨੂੰ ਬਹੁਤ ਤਕਲੀਫ ਦਿੰਦੀਆਂ ਨੇ। ਸੋ ਮੈਂ ਇਹ ਗੱਲ ਸਪੈਸ਼ਲ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਕਈ ਵਾਰ ਹਸਪਤਾਲ ਦੇ ਬਾਹਰ ਖੜ ਕੇ ਕਹਿੰਦੇ ਕਿ ਸਾਡਾ ਤਾਂ ਪੇਸ਼ੈਂਟ ਡਾਕਟਰ ਨੇ ਟੀਕਾ ਲਗਾ ਕੇ ਮਾਰ ਦਿੱਤਾ। ਸੋ ਡਾਕਟਰ ਸਾਹਿਬ ਦੀਆਂ ਅੱਖਾਂ ਨਮ ਹੋ ਗਈਆਂ। ਉਹਨਾਂ ਨੇ ਕਿਹਾ ਕਿ ਮੈਨੂੰ ਆਪਣੀ ਤਕਲੀਫ PPE ਕਿੱਟ ਜਾਂ ਮੈਂ ਕੁਰਸੀ ਨਹੀਂ ਹੈ, ਪਾਣੀ ਨਹੀਂ ਹੈ, ਇਹ ਚੀਜ਼ ਮੈਨੂੰ ਨਹੀਂ ਦੁਖੀ ਕਰਦੀ। ਮੈਨੂੰ ਦੁਖੀ ਉਹ ਪਲ ਕਰਦੇ ਆ ਜਦੋਂ ਸਾਡੇ ਸਾਹਮਣੇ ਇੱਕ ਪੇਸ਼ੈਂਟ ਪਿਆ ਤੇ ਉਹ ਦੇਖਦੇ ਦੇਖਦੇ ਹੀ ਨਿਕਲ ਜਾਂਦਾ, ਹੱਥਾਂ 'ਚੋਂ ਚਲਾ ਜਾਂਦਾ। ਸੋ ਇਸ ਬਿਮਾਰੀ ਤੋਂ ਇਹਨਾਂ ਨੂੰ ਡਰ ਲੱਗਦਾ, ਇਸ ਬਿਮਾਰੀ ਤੋਂ ਜਾਣ ਵਾਲੀਆਂ ਜਾਨਾਂ ਦਾ ਇਹਨਾਂ ਨੂੰ ਫਿਕਰ ਹੈ, ਨਾ ਕਿ ਇਹ ਲੋਕ ਤੁਹਾਡੇ ਬੰਦਿਆਂ ਨੂੰ ਉੱਥੇ ਮਾਰਨ। ਸੋਚਦੇ ਹੋ ਜਿਹੜੇ ਲੋਕ ਬਾਹਰ ਖੜ ਕੇ 1 ਮਿੰਟ ਦੇ ਵਿੱਚ ਕਹਿ ਦਿੰਦੇ ਆ ਕਿ ਹਸਪਤਾਲ ਦੀ ਨਲਾਇਕੀ ਹੈ, ਡਾਕਟਰ ਨੇ ਟੀਕਾ ਲਗਾਤਾ ਜਾਂ ਇਸ ਤਰ੍ਹਾਂ ਕਰਤਾ, ਸਾਡਾ ਮਰੀਜ਼ ਹੀ ਮਾਰ ਦਿੱਤਾ। ਦੇਖੋ, ਕਿਸੇ ਵੀ ਡਾਕਟਰ ਦੀ ਸੋਭਾ ਉਸ ਨੂੰ ਉਹਦੇ ਪੇਸ਼ੇ ਵਿੱਚ ਅਗਾਂਹ ਲਿਜਾਉਂਦੀ ਹੈ। ਕੋਈ ਵੀ ਡਾਕਟਰ ਜਾਣ ਬੁੱਝ ਕੇ ਕਿਸੇ ਨੂੰ ਮਾਰ ਕੇ ਇਸ ਪੇਸ਼ੇ ਵਿੱਚ ਟਿਕੀ ਨਹੀਂ ਸਕਦਾ, ਪਹਿਲੀ ਗੱਲ। ਦੂਸਰੀ ਗੱਲ, ਜੋ ਇਲਜ਼ਾਮ ਪਹਿਲਾਂ ਲੱਗੇ ਕਿ ਅੰਗ ਕੱਢ ਲਏ, ਮੈਨੂੰ ਦੱਸੋ ਜਿਸ ਮਰੀਜ਼ ਦੇ ਰਿਸ਼ਤੇਦਾਰ ਨੇੜੇ ਨਹੀਂ ਟੁਕਦੇ, ਜਿਸ ਦੇ ਉਹ ਨੇੜੇ ਹੁੰਦਿਆਂ ਸਾਨੂੰ ਇਨਫੈਕਸ਼ਨ ਹੁੰਦੀ, ਅਸੀਂ ਆਪ ਕਿੱਟਾਂ ਪਾ ਕੇ ਬੈਠੇ ਹਾਂ, ਜ਼ਰਾ ਅੰਦਾਜ਼ਾ ਲਓ ਕਿ ਉਹਦੀ ਅੱਖ ਜੇ ਕੱਢ ਕੇ ਕਿਸੇ ਹੋਰ ਨੂੰ ਲੱਗਣੀ ਹੈ ਜਾਂ ਅੰਗ ਲੱਗਣਾ, ਉਹ ਮਰੀਜ਼ ਬਚ ਸਕਦਾ? ਤੁਸੀਂ ਆਪ ਸੋਚੋ, ਉਹਨੂੰ ਕਰੋਨਾ ਹੀ ਜਾਏਗਾ। ਤੇ ਜੇ ਇਹ ਸੰਭਵ ਨਹੀਂ ਤਾਂ ਕੋਈ ਤਾਂ ਇੱਕ ਹੋਏਗਾ ਪੂਰੇ ਹਿੰਦੁਸਤਾਨ ਵਿੱਚ ਜਿਹੜਾ ਕਹੇਗਾ ਮੈਨੂੰ ਕਰੋਨਾ ਦੇ ਮਰੀਜ਼ ਦਾ ਅੰਗ ਲੱਗਿਆ। ਜੇ ਇੱਕ ਵੀ ਨਹੀਂ ਤਾਂ ਫਿਰ ਇਹੋ ਜੀ ਮੇਰਾ ਖਿਆਲ ਹੈ ਆਪਾਂ ਨੂੰ ਮਾੜੀਆਂ ਗੱਲਾਂ ਫੈਲਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹਾਲ ਇਹ ਹੋ ਗਿਆ ਕਿ ਲੋਕਾਂ ਦਾ ਵਿਸ਼ਵਾਸ ਹੌਲੀ ਹੌਲੀ ਪੂਰਨ ਰੂਪ ਵਿੱਚ ਇਸ ਪੇਸ਼ੇ ਤੋਂ ਉੱਠ ਗਿਆ ਹੈ। ਫਿਰ ਨਤੀਜਾ ਕੀ ਹੁੰਦਾ? ਜੇ ਲੋਕ ਭੱਜਦੇ ਨੇ ਪ੍ਰਾਈਵੇਟ ਵਿੱਚ, ਜਿੱਥੋਂ ਫਿਰ ਉਹਨਾਂ ਤੋਂ ਡਬਲ ਟ੍ਰਿਪਲ 4 ਟਾਈਮਸ ਬਲਕਿ ਖਰੇ 50 ਗੁਣਾ ਵੀ ਕਈ ਵਾਰ ਚਾਰਜਸ ਹੋ ਜਾਂਦੇ ਨੇ, ਜਿਹੜੇ ਉਹਨਾਂ ਲਈ ਭਰਨੇ ਔਖੇ ਨੇ, ਘਰ ਬਾਹਰ ਵੇਚੇ ਬੈਠੇ ਨੇ। ਮੈਂ ਆਪ ਵੇਖਿਆ ਇੱਕ ਬੰਦੇ ਨੂੰ ਜਿਸ ਨੇ ਰੈਮਡੈਸਿਵਿਰ ਦੇ ਟੀਕੇ ਲਈ ਸਕੂਟਰ ਵੇਚਿਆ। ਮੇਰਾ ਦਿਲ ਤੜਫਦਾ ਹੈ ਇਹੋ ਜਿਹੀਆਂ ਗੱਲਾਂ ਨੂੰ ਕਿ ਜਦੋਂ ਕਿ ਹੁਣ ਇੱਕ ਪਾਸੇ ਅਸੀਂ ਕਹਿ ਚੁੱਕੇ ਹਾਂ ਰੈਮਡੈਸਿਵਿਰ ਦੀ ਓਨਾ ਫਾਇਦਾ ਨਹੀਂ ਹੋ ਰਿਹਾ, ਜਦ ਕਿ ਦੇਖਿਆ। ਫਿਰ ਇਸੇ ਤਰ੍ਹਾਂ ਪਲਾਜ਼ਮਾ ਦੀ ਗੱਲ ਕੀਤੀ, ਉਹਦਾ ਵੀ ਸਾਹਮਣੇ ਆ ਗਿਆ, ਜਦ ਕਿ ਉਹ ਰਿਮੂਵ ਹੀ ਹੋ ਗਿਆ ਟ੍ਰੀਟਮੈਂਟ ਵਿੱਚੋਂ, ਨਹੀਂ ਵਰਤਣਾ। ਪਰ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਅਸੀਂ ਇੱਕ ਸਟੀਰੋਇਡ ਦਾ 4 ਰੁਪਏ ਦਾ ਪੱਤਾ ਹੀ ਜਦੋਂ ਸਾਨੂੰ ਦੇਖਦੇ ਹਾਂ 400 ਰੁਪਏ ਦਾ ਦੇਣਾ ਸ਼ੁਰੂ ਹੋ ਗਿਆ। ਇਹ ਚੀਜ਼ਾਂ ਹਰ ਲੈਵਲ ਤੇ ਅਸੀਂ ਕਰਪਸ਼ਨ ਤੇ ਉਤਰ ਆਏ ਹਾਂ, ਜਿਹੜੀ ਨੀਵੇਂ ਤੋਂ ਨੀਵੇਂ ਪੱਧਰ ਤੋਂ ਮੈਨੂੰ ਲੱਗਦਾ ਕਿ ਸਾਨੂੰ ਇਸ ਚੀਜ਼ ਤੋਂ ਜਦ ਤੱਕ ਹੌਲੀ ਹੌਲੀ ਪੂਰਨ ਰੂਪ ਵਿੱਚ ਸਫਾਈ ਨਹੀਂ ਕਰਾਂਗੇ ਤਾਂ ਸਾਡਾ ਕਿਰਦਾਰ ਡਿੱਗਦਾ ਜਾਂਦਾ ਜੇ। ਸਾਡਾ ਇਹ ਬਹੁਤ ਕੁਛ ਨੇ ਜੋ ਇਸ ਵੇਲੇ ਸਮਾਜ ਵਿੱਚ ਗੰਦਗੀ ਦਾ ਭਰਿਆ ਹੋਇਆ, ਪਰ ਮੈਂ ਜਿਹੜੀਆਂ ਪਰਤਾਂ ਲਾਵਾਂਗੀ ਮੈਨੂੰ ਲੱਗਦਾ ਉਹਨਾਂ ਗੰਦਗੀ ਨਾ ਦੇਖਣ ਨਾ ਸੁਣਨ ਯੋਗ ਰਹਿ ਜਾਣੀ ਹੈ। ਪਰ ਹਰ ਵਰਗ ਦਾ ਜਿੱਥੇ ਉਹਨੂੰ ਲੱਗਦਾ ਮੈਂ ਕਰ ਸਕਦਾ, ਇੱਥੇ ਕਾਲਾ ਬਾਜ਼ਾਰੀ ਕਰਦਾ ਪਿਆ। ਇੱਕ ਆਮ ਐਂਬੂਲੈਂਸ ਪਟਿਆਲੇ ਤੋਂ ਜਲੰਧਰ ਜਾਣ ਲੱਗਿਆ, ਜੇ ਉਹ ਬੰਦਾ ਕਹਿੰਦਾ ਮੈਂ 1.5 ਲੱਖ ਲੈਣਾ, ਜ਼ਰਾ ਅੰਦਾਜ਼ਾ ਲਾ ਲਓ ਕਿ ਕੀ ਆਪਾਂ ਕਰ ਰਹੇ ਹਾਂ। ਇੱਕ ਪੰਡਿਤ ਜੀ ਜੇ ਕਹਿੰਦੇ ਨੇ ਕਿ ਮੈਂ ਸੰਸਕਾਰ ਕਰਨ ਲੱਗਿਆ 25,000 ਲੈਣਾ, ਜਾਂ ਇੱਕ ਲੱਕੜਾਂ ਉੱਥੇ ਕ੍ਰਿਮੇਸ਼ਨ ਲਈ ਕਹਿੰਦਾ ਹੁਣ ਮੈਂ 3200 ਰੁਪਏ ਕੁਇੰਟਲ ਦੇਵਾਂਗਾ। ਮੈਨੂੰ ਦੱਸੋ ਕਿ ਕੀ ਕਰੇ ਆਮ ਬੰਦਾ? ਯਾਨੀ ਮਰਨਾ ਵੀ ਇੱਥੇ ਮੁਸ਼ਕਲ ਹੋ ਗਿਆ। ਹਰ ਚੀਜ਼ 'ਚ ਲਾਸ਼ਾਂ ਤੱਕ ਤੋਂ ਅਸੀਂ ਕਾਲਾ ਬਾਜ਼ਾਰੀ ਤੇ ਪਹੁੰਚ ਚੁੱਕੇ ਹਾਂ। ਕੀ ਕਿਰਦਾਰ ਸਾਡੇ ਬਣ ਗਏ ਨੇ। ਸੋ
ਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਤੁਸੀਂ ਗੱਲਾਂ ਦੱਸੀਆਂ, ਬੜੀਆਂ ਸੱਚਾਈਆਂ ਦੱਸੀਆਂ ਔਰ ਇਨਸਾਨੀਅਤ ਦੀ ਜਿਹੜੀਆਂ ਗੱਲਾਂ ਕੀਤੀਆਂ, ਉਸ ਦੇ ਨਾਲ ਅਖੀਰ ਦੇ ਵਿੱਚ ਫਿਰ ਇੱਕ ਵਾਰ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਤੁਸੀਂ ਜਿਸ ਤਰ੍ਹਾਂ ਕਿ ਚਿੱਠੀ ਪਾਈ ਹੈ, ਸਾਡੇ ਮਾਧਿਅਮ ਰਾਹੀਂ ਸਰਕਾਰ ਤੱਕ ਕੀ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹੋ ਤੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਅੱਜ ਡਾਕਟਰਾਂ ਦੀ ਖਿਲਾਫਤ ਕਰ ਰਹੇ ਹੈ? ਦੇਖੋ, ਮਾੜੀ ਚੀਜ਼ ਤੇ ਮੈਂ ਪਹਿਲਾਂ ਦੱਸ ਦਿਆਂ, ਜਿਸ ਦਾ ਘਰ ਦਾ ਜੀ ਗਿਆ ਹੋਏ ਉਸ ਵੇਲੇ ਉਹਨੂੰ ਆਪਣੇ ਆਪ ਨੂੰ ਐਡਜਸਟਮੈਂਟ ਕਰਨੀ ਬਹੁਤ ਔਖੀ ਹੈ। ਮੈਂ ਮੰਨ ਸਕਦੀ ਹਾਂ ਕਿ ਉਸ ਵੇਲੇ ਬਹੁਤ ਪੀੜ ਹੁੰਦੀ ਜੇ, ਉਹ ਗੁੱਸਾ ਜੋ ਕਿ ਬਹੁਤ ਚੀਜ਼ਾਂ ਦਾ ਰਲਿਆ ਮਿਲਿਆ ਦਿਲ 'ਚ ਹੁੰਦਾ ਜੇ, ਜਿਸ ਵਿੱਚ ਉਹਨਾਂ ਨੂੰ ਲੱਗਦਾ ਘਰ ਦਾ ਖਰਚਾ ਵੀ ਔਖਾ, ਘਰ ਦਾ ਕਮਾਈ ਕਰਨ ਵਾਲਾ ਜੀ ਵੀ ਤੁਰ ਗਿਆ ਤੇ ਹੁਣ ਕੁਝ ਵੀ ਸਾਡੇ ਹੱਥ ਪੱਲੇ ਨਹੀਂ। ਸ਼ੱਕਰੇ ਹੋਰ ਕਿੰਨੀਆਂ ਚੀਜ਼ਾਂ ਦਾ ਜਿਹੜਾ ਗੁੱਸਾ ਇਕੱਠਾ ਹੋਇਆ ਉਸ ਵੇਲੇ ਉਹਨਾਂ ਨੂੰ ਇੱਕ ਸੌਖਾ ਸ਼ਿਕਾਰ ਲੱਭਦਾ ਕਿ ਹੁਣ ਇੱਥੇ ਕੱਢ ਦਿਓ। ਜੇ ਕਿਸੇ ਕੋਲੋਂ ਗਲਤੀ ਵੀ ਹੋਈ ਹੈ, ਪਹਿਲੀ ਗੱਲ ਤਾਂ ਮੈਂ ਦੱਸ ਰਹੀ ਹਾਂ, ਕੋਵਿਡ ਵਿੱਚ ਜਦੋਂ 30% ਆਕਸੀਜਨ ਤੇ ਤੁਸੀਂ ਕੰਸਨਟ੍ਰੇਸ਼ਨ ਤੇ ਆਉਂਦੇ ਹੋ, ਬਚਾਉਣਾ ਨਾਮੁਮਕਿਨ ਹੋ ਜਾਂਦਾ ਅਮਰੀਕਾ ਤੱਕ ਵਿੱਚ ਵੀ। ਸੋ ਉਸ ਸਮੇਂ ਆਪਣੇ ਆਪ ਨੂੰ ਐਡਜਸਟ ਕਰਨ ਵਿੱਚ ਟਾਈਮ ਲੱਗਦਾ ਹੈ, ਉਹ ਗੁੱਸਾ ਹੁੰਦਾ ਹੈ। ਪਰ ਜੇ ਤੁਸੀਂ ਉਸ ਸਮੇਂ ਆਪਣੇ ਹੱਥ ਵਿੱਚ ਹਰ ਬੰਦਾ ਕਾਨੂੰਨ ਲੈਣ ਲੱਗ ਜਾਵੇਗਾ ਤਾਂ ਇਹ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਚੁਫੇਰੇ ਕੀ ਹੋ ਜਾਏਗਾ। ਸੋ ਉਸ ਸਮੇਂ ਜ਼ਰੂਰ ਆਪਣੇ ਆਪ ਨੂੰ ਹੌਸਲਾ ਦੇਣ ਦੀ ਲੋੜ ਹੁੰਦੀ ਹੈ ਕਿ ਜੇ ਤੁਹਾਨੂੰ ਫਿਰ ਵੀ ਕਿਤੇ ਲੱਗਦਾ ਕੁਝ ਗਲਤ ਹੋਇਆ ਤਾਂ ਸਾਡੇ ਕੋਲ ਅਦਾਲਤਾਂ ਨੇ ਜਾਓ, ਪਰ ਇਸ ਤਰੀਕੇ ਮਾਰ ਤਾੜ ਜਿੱਥੇ ਪੂਰੀ ਕੋਸ਼ਿਸ਼ ਵਿੱਚ ਜੁਟੇ ਨੇ ਡਾਕਟਰ, ਮਾੜੀ ਗੱਲ ਹੈ। ਹਾਲਾਂਕਿ ਕੁਝ ਕੇਸ ਸਾਡੇ ਕੋਲ ਹੈਗੇ ਨੇ ਜਿੱਥੇ ਮੁਰਦਾ ਨੂੰ ਵੀ, ਯਾਨੀ ਲਾਸ਼ ਨੂੰ ਵੀ ਵੈਂਟੀਲੇਟਰ ਤੇ ਪਾ ਕੇ ਉਹਦੇ ਪੈਸੇ ਲਏ ਗਏ। ਉੱਥੇ ਜ਼ਰੂਰ ਤੁਸੀਂ ਜੋ ਕਰਨਾ ਚਾਹੁੰਦੇ ਹੋ ਆਪਣੀ ਕਾਨੂੰਨੀ ਕਾਰਵਾਈ ਕਰੋ, ਪਰ ਇੱਥੇ ਤਾਂ ਪੈਸਾ ਕੋਈ ਲਿਆ ਹੀ ਨਹੀਂ ਗਿਆ, ਧੇਲਾ ਲਿਆ ਹੀ ਨਹੀਂ ਗਿਆ। ਇੱਥੇ ਤਾਂ ਤੁਹਾਨੂੰ ਸਰਕਾਰੀ ਥਾਵਾਂ ਤੇ ਤਾਂ ਜੇ ਕੋਈ ਸਗੋਂ ਕਰ ਰਿਹਾ ਤਾਂ ਜ਼ਰੂਰ ਉਹਦੀ ਸ਼ਿਕਾਇਤ ਕਰੋ, ਉਹਦੇ ਖਿਲਾਫ ਹੋਵੇ ਐਕਸ਼ਨ। ਪਰ ਬਾਕੀ ਸਾਰੇ ਦੇ ਸਾਰੇ ਇਹ ਬੱਚੇ ਜੋ ਨਿਕਲ ਰਹੇ ਨੇ ਤੁਹਾਡੇ ਹੀ ਨੇ, ਤੁਹਾਡੇ ਹੀ ਘਰਾਂ ਵਿੱਚੋਂ ਨੇ, ਆਮ ਘਰਾਂ ਚੋਂ ਬਣ ਕੇ ਨਿਕਲੇ, ਮਿਹਨਤ ਕਰਕੇ ਰਾਤ ਜਾਗ ਕੇ। ਇਹਨਾਂ ਨੂੰ ਇਸ ਤਰੀਕੇ ਗੁੱਸੇ ਦਾ ਸ਼ਿਕਾਰ ਨਾ ਬਣਾਓ। ਇਸ ਵੇਲੇ ਖਾਲੀ ਜਾ ਰਹੀਆਂ ਨੇ ਸੀਟਾਂ, ਜੇ ਡਾਕਟਰ ਬਣਨੇ ਬੰਦ ਹੋ ਗਏ, ਇਲਾਜ ਕਰਵਾਉਣਾ ਕਿਸ ਤੋਂ ਹੈ? ਸੋ ਇਹ ਪੱਖ ਵੱਖਰਾ ਹੈ। ਜਿੱਥੋਂ ਤੱਕ ਸਰਕਾਰ ਨੂੰ ਕੁਝ ਕਹਿਣਾ ਹੋਏ, ਮੈਂ ਬਹੁਤ ਨਿਮਾਣੀ ਆ, ਮੇਰੀ ਆਵਾਜ਼ ਤਾਂ ਸ਼ਾਇਦ ਉਹਨਾਂ ਤੱਕ ਕਦੇ ਵੀ ਨਹੀਂ ਪਹੁੰਚਣੀ। ਉਹ ਐਕਸ਼ਨ ਲੈਂਦੇ ਨੇ ਵੀ ਕਿ ਨਹੀਂ ਲੈਂਦੇ, ਉਹਨਾਂ ਦੀ ਮਰਜ਼ੀ, ਕੁਰਸੀ ਉਹਨਾਂ ਦੇ ਹੱਥ ਹੈ। ਪਰ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ, ਲੋਕ ਆਵਾਜ਼ ਨੂੰ ਵੇਲੇ ਸਿਰ ਪਛਾਣ ਕੇ ਜਦੋਂ ਉਹਦੀ ਗੱਲ ਪੂਰੀ ਕਰ ਦਿੱਤੀ ਜਾਵੇ ਤਾਂ ਸੋਭਾ ਹੀ ਹੁੰਦੀ ਜੇ ਰਾਜ ਕਰਨ ਵਾਲਿਆਂ ਦੀ। ਸੋ ਇਸ ਵੇਲੇ ਲੋੜ ਇਹੋ ਹੈ ਕਿ ਲੋਕ ਗਰੀਬ ਨੇ, ਅੱਗੇ ਵੀ ਜੋ ਬੰਦ ਸਾਰਾ ਕੁਝ ਹੋਣ ਕਾਰਨ ਲੋਕਾਂ ਦੇ ਕਾਰੋਬਾਰ ਖਤਮ ਹੋਏ ਪਏ ਨੇ, ਉੱਤੋਂ ਇੱਕ ਸਿਹਤ ਵਰਗੀ ਜੋ ਸਾਡੇ ਕੋਲ ਪ੍ਰਬੰਧ ਜੇ ਪੂਰੇ ਨਾ ਮਿਲਣ ਤਾਂ ਲੋਕਾਂ ਦਾ ਗੁੱਸਾ ਜਾਇਜ਼ ਹੈ। ਪਰ ਉਹਦੇ ਵਿੱਚ ਲੋਕ ਜ਼ਰੂਰ ਪਲੀਜ਼ ਰੱਬ ਦਾ ਵਾਸਤਾ ਜਾਗ ਜਾਣ ਕੇ ਆਪਣਾ ਜ਼ਮੀਰ ਕਿਲੋ ਆਟਾ ਜਾਂ ਚੌਲਾਂ ਤੇ ਨਾ ਵੇਚਣ। ਇਸ ਵੇਲੇ ਜੇ ਉਹ ਕਦੇ ਉੱਠਣਗੇ ਤਾਂ ਜ਼ਰੂਰ ਇਹ ਪੁੱਛਣ, ਸਾਡੇ ਸਕੂਲ ਇੱਥੇ ਪਿੰਡਾਂ ਦੇ ਵਿੱਚ ਕਿੰਨੇ ਕੁ ਨੇ ਜਿੱਥੇ ਸਰਕਾਰੀ ਅਫਸਰਾਂ ਦੇ ਬੱਚੇ ਪੜ੍ਹੇ ਹੋਣ? ਸਾਡੇ ਕਿੰਨੇ ਕੁ ਨੇ ਉਹ ਨੁਮਾਇੰਦੇ ਜਿਨ੍ਹਾਂ ਨੂੰ ਅਸੀਂ ਚੁਣਨਾ ਹੈ, ਜਿਨ੍ਹਾਂ ਨੇ ਆਪਣਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕਰਵਾਇਆ ਹੋਏ? ਜੇ ਨਹੀਂ ਤਾਂ ਮੇਰਾ ਖਿਆਲ ਹੈ ਉਹ ਆਪ ਹੀ ਸੋਚਣ, ਆਪਣੇ ਗਿਰੇਬਾਨ 'ਚ ਝਾਕ ਕੇ ਕਿ ਕੌਣ ਸੀ ਇਹਨਾਂ ਨੂੰ ਚੁਣਨ ਵਾਲਾ ਤੇ ਕੀ ਅੱਗੋਂ ਆਉਣ ਵਾਲੇ ਸਮੇਂ 'ਚ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਤੁਸੀਂ ਦੇਖਿਆ ਕਿ ਡਾਕਟਰ ਹਰਸ਼ਿੰਦਰ ਕੌਰ ਨੇ, ਜੋ ਕਿ ਹਮੇਸ਼ਾ ਹੀ ਸਮਾਜ ਦਾ ਦਰਦ ਬਿਆਨ ਕਰਦੇ ਆ, ਦਰਦ ਨੂੰ ਮਹਿਸੂਸ ਕਰਦੇ ਆ, ਉਹਨਾਂ ਦਾ ਕਹਿਣਾ ਉਹਨਾਂ ਲੋਕਾਂ ਨੂੰ ਤੜੀ ਵੀ ਕੀਤੀ ਹੈ ਜਿਹੜੇ ਲੋਕ ਇਸ ਵਕਤ ਕਾਲਾਬਾਜ਼ਾਰੀ ਤੇ ਇਸ ਤਰ੍ਹਾਂ ਦੇ ਧੰਦੇ ਕਰ ਰਹੇ ਆ, ਔਰ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜਿਨ੍ਹਾਂ ਦਾ ਘਰ ਦਾ ਜੀ ਚਲਾ ਜਾਂਦਾ ਕਿ ਡਾਕਟਰ ਹਮੇਸ਼ਾ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜਾਨ ਬਚਾਉਣ 'ਚ ਹੀ ਉਸ ਦੀ ਸ਼ੋਭਾ ਵੱਧਦੀ ਹੈ। ਸੋ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਕਿਹਾ ਗਿਆ ਕਿ ਡਾਕਟਰ ਸਟਾਫ ਹੈ ਜਿਹੜਾ ਉਹਨੂੰ ਫਰੰਟਲਾਈਨ ਵਾਰੀਅਰਸ ਕਿਹਾ ਜਾ ਰਿਹਾ, ਪਰ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਕਿਉਂਕਿ ਬੀਤੇ ਦਿਨੀ ਰਜਿੰਦਰਾ ਹਸਪਤਾਲ ਦੇ ਇੱਕ ਡਾਕਟਰ ਨੇ ਕਰੋਨਾ ਦੇ ਵਿੱਚ ਲੜਦੇ ਆਪਣੀ ਜਾਨ ਗਵਾ ਲਈ ਹੈ, ਜੋ ਕਿ ਫਰੰਟਲਾਈਨ ਵਾਰੀਅਰ ਸੀ, ਕਰੋਨਾ ਯੋਧਾ ਸੀ। ਸੋ ਇਹਨਾਂ ਦੀ ਇਹ ਮੰਗ ਸਰਕਾਰ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਤੇ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਅਜਿਹੇ ਡਾਕਟਰਾਂ ਲਈ ਕੁਝ ਨਾ ਕੁਝ ਅਜਿਹੇ ਪ੍ਰਬੰਧ ਕਰੇ ਤਾਂ ਜੋ ਡਾਕਟਰੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀਟਾਂ ਖਾਲੀ ਹੋ ਰਹੀਆਂ ਤੇ ਫਿਰ ਇਲਾਜ ਕੌਣ ਕਰੂਗਾ, ਡਾਕਟਰਾਂ ਨੂੰ ਵੀ ਸੇਫ ਸਾਈਡ ਮਹਿਸੂਸ ਹੋਣੀ ਚਾਹੀਦੀ ਹੈ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ, ਪਟਿਆਲਾ ਤੋਂ। ਜਿਨ੍ਹਾਂ ਨੇ ਕਰਜ਼ਾ ਚੁੱਕ ਕੇ ਇਹ